ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨੇ ਅਨਕ ਮਾਰ, ਸਰਬ ਕਲਾਂ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਪਹਿਲਾਂ ਦੋ ਗੁਰਸਿੱਖ ਭਾਈ ਤਾਰੂ ਪੋਪਟ ਜੀ, ਭਾਈ ਮੂਲਾ ਕੀੜ ਜੀ, ਇਹਨਾਂ ਦਾ ਜੀਵਨ ਆਪਾਂ ਵਿਚਾਰ ਚੁੱਕੇ ਹਾਂ। ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ 13ਵੀਂ ਪੌੜੀ ਦੇ ਵਿੱਚ ਇਹਨਾਂ ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ। ਸੋ ਹੁਣ ਅੱਗੇ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ ਭਾਈ ਪਿਰਥਾ ਜੀ ਅਤੇ ਭਾਈ ਖੇਡਾ ਜੀ। ਪਿਰਥਾ ਖੇਡਾ ਸੋਇਰੀ, ਚਰਨ ਸਰਣ ਸੁਖ ਸਹਿਜ ਨਿਵਾਸੀ। ਭਾਈ ਪਿਰਥਾ ਜੀ ਅਤੇ ਭਾਈ ਖੇਡਾ ਜੀ ਸੋਇਨੀ ਜਾਤ ਦੇ ਖੱਤਰੀ ਸਿੱਖ ਸਨ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਸ਼ਰਨ ਲੈ ਕੇ ਸਹਿਜ ਸੁਖ ਦੇ ਨਿਵਾਸੀ ਹੋਏ ਸਨ। ਭਾਈ ਪਿਰਥਾ ਜੀ ਅਤੇ ਭਾਈ ਖੇਡਾ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਹੁਤ ਇਹਨਾਂ ਨੇ ਗੁਰਸਿੱਖਾਂ ਦੇ ਪਾਸੋਂ ਮਹਿਮਾ ਸੁਣੀ। ਇਹਨਾਂ ਨੇ ਗੁਰਬਾਣੀ ਨੂੰ ਸੁਣਿਆ। ਇਹਨਾਂ ਦੇ ਮਨ ਦੇ ਵਿੱਚ ਵੀ ਤਾਂਘ ਉੱਠੀ ਕਿ ਅਸੀਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਸੀਂ ਜਾ ਕੇ ਦਰਸ਼ਨ ਕਰੀਏ। ਸੋ ਇਹ ਦੋਨੋਂ ਗੁਰਸਿੱਖ ਕਰਤਾਰਪੁਰ ਸਾਹਿਬ ਵਿਖੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਦੇ ਹਨ ਔਰ ਮਨ ਦੇ ਵਿੱਚ ਐਸਾ ਭਾਵ ਲੈ ਕੇ ਚੱਲਦੇ ਹਨ, ਮੇਰਾ ਮਨ ਲੋਚੈ ਗੁਰ ਦਰਸ਼ਨ ਧਾਈ, ਬਿਲ ਪਕਰੇ ਚਾਤਰਕ ਕੀ ਨਿਆਈ। ਤਿਰਖਾ ਨ ਉਤਰੈ ਸਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਜਦੋਂ ਇਹ ਦੋਨੋਂ ਗੁਰਸਿੱਖ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ ਤਾਂ ਕੀ ਦੇਖਦੇ ਹਨ, ਅੱਗੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕੀਰਤਨ ਹੋ ਰਿਹਾ ਹੈ ਅਤੇ ਗੁਰਬਾਣੀ ਦੀ ਵਿਚਾਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਕਰ ਰਹੇ ਹਨ। ਸੋ ਗੁਰੂ ਦੇ ਹਜ਼ੂਰ ਵਿੱਚ ਪਹੁੰਚ ਕਰਕੇ ਨਮਸਕਾਰ ਕੀਤੀ ਅਤੇ ਸੰਗਤ ਦੇ ਵਿੱਚ ਆ ਕੇ ਦੋਨੋਂ ਗੁਰਸਿੱਖ ਇਹ ਬੈਠ ਜਾਂਦੇ ਹਨ ਅਤੇ ਦੋਨਾਂ ਦਾ ਮਨ ਇਕਾਗਰ ਹੋ ਗਿਆ। ਬੈਠੇ ਤਾਂ ਸੰਗਤ ਦੇ ਪਿੱਛੇ ਸਨ ਦੋਨੋਂ ਗੁਰਸਿੱਖ, ਅਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਓਹਰਾ ਸੀ ਉਹ ਬਹੁਤ ਦੂਰ ਤੱਕ ਸੀ। ਕਿਉਂ ਨਾ ਮਹਾਰਾਜ ਦਾ ਓਹਰਾ ਦੂਰ ਤੱਕ ਹੋਵੇ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਨਾਰਾਇਣ ਨੇ, ਆਪ ਅਕਾਲ ਪੁਰਖ ਵਾਹਿਗੁਰੂ ਨੇ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਸੋ ਜਗਤ ਦੇ ਵਿੱਚ ਜੀਵਾਂ ਦਾ ਉਧਾਰ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰੂਪ ਧਾਰਨ ਕੀਤਾ ਹੈ। ਅਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਦੋਂ ਚਰਨਾਂ ਵਿੱਚ ਇਹ ਸਿੱਖ ਪਹੁੰਚੇ ਹਨ ਤਾਂ ਮਹਾਰਾਜ ਨੇ ਪੁੱਛਿਆ ਕਿ ਭਾਈ ਤੁਸੀਂ ਕਿਸ ਕਾਮਨਾ ਲੈ ਕੇ ਪਹੁੰਚੇ ਹੋ, ਕੀ ਤੁਹਾਡੀ ਇੱਛਾ ਹੈ? ਤਾਂ ਉਹਨਾਂ ਨੇ ਅਰਦਾਸ ਕੀਤੀ, ਜੀ ਗਰੀਬ ਨਵਾਜ, ਅਸਾਂ ਨੂੰ ਆਪਣੇ ਚਰਨਾਂ ਦੀ ਸ਼ਰਣੀ ਰੱਖੀਏ ਅਤੇ ਇਹੋ ਦਾਨ ਦੇਵੋ ਜੀ, ਜਿਹੜਾ ਜਗਤ ਹੈ ਅਸੀਂ ਇਸ ਨੂੰ ਅਸਾਰ ਕਰਕੇ ਜਾਣੀਏ ਔਰ ਮੰਗੀਏ ਅਸੀਂ ਕੁਝ ਵੀ ਨਾ, ਅਸੀਂ ਕੋਈ ਵੀ ਦਾਤ ਨਾ ਮੰਗੀਏ। ਸੋ ਐਸਾ ਇਹਨਾਂ ਨੇ ਜਾਣੀ ਅਰਦਾਸ ਬੇਨਤੀ ਕੀਤੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਆਪਣੇ ਚਰਨਾਂ ਦੀ ਸ਼ਰਨ ਬਖਸ਼ੋ। ਸੋ ਜੋ ਚਰਨਾਂ ਦੀ ਸ਼ਰਨ ਹੈ ਨਾ, ਸ਼ਰਨ ਹੁੰਦੀ ਕੀ ਹੈ? ਆਪਣੇ ਆਪ ਨੂੰ ਜਾਣੀ ਸਮਰਪਿਤ ਕਰ ਦੇਣਾ, ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਦੇਣਾ। ਉਹ ਸਮਝ ਲਓ ਗੁਰੂ ਦੀ ਸ਼ਰਨ ਵਿੱਚ ਆ ਗਿਆ। ਆਪਣੇ ਬਲ ਦਾ ਤਿਆਗ ਕਰ ਦੇਣਾ। ਸੋ ਆਪਣੇ ਆਪ ਨੂੰ ਕੁਝ ਵੀ ਨਾ ਜਨਾਉਣਾ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਐਸਾ ਇਹਨਾਂ ਦੇ ਮਨ ਦੇ ਵਿੱਚ ਜੋ ਸ਼ਰਧਾ ਧਾਰਨ ਕਰਕੇ ਆਏ ਹਨ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਸੋ ਇਹ ਸ਼ਰਨ ਹੋਇਆ ਕਰਦੀ ਹੈ ਕਿ ਆਪਣਾ ਤਨ ਮਨ ਧਨ ਸਾਰਾ ਸੌਂਪ ਦੇਣਾ ਗੁਰੂ ਨੂੰ। ਸੋ ਕੋਈ ਵੀ ਗੁਰਸਿੱਖ ਜਾਂ ਆਪਾਂ ਪੁਰਾਤਨ ਸਮੇਂ ਵਿੱਚ ਗੱਲ ਕਰਦੇ ਹਾਂ, ਜਿਵੇਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਧਰੋਂ ਜੀ, ਭਗਤ ਪ੍ਰਹਿਲਾਦ ਜੀ, ਦ੍ਰੋਪਦੀ ਜੀ ਦਾ ਪ੍ਰਸੰਗ ਆਉਂਦਾ ਹੈ। ਸੋ ਇਹਨਾਂ ਨੇ ਸ਼ਰਨ ਲਈ। ਸੋ ਜੋ ਸ਼ਰਨ ਲੈ ਲੈਂਦਾ ਹੈ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਲੱਗਦਾ। ਜਿਸ ਦੀ ਕੋਈ ਸ਼ਰਨ ਲੈਂਦਾ ਹੈ ਤਾਂ ਉਸ ਦਾ ਫਰਜ਼ ਬਣ ਜਾਂਦਾ ਹੈ, ਉਸ ਦਾ ਬਿਰਧ ਬਣ ਜਾਂਦਾ ਹੈ ਕਿ ਮੈਂ ਉਸ ਦੀ ਰੱਖਿਆ ਕਰਾਂ। ਸੋ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਬੱਚੇ ਨੇ, ਛੋਟੇ ਛੋਟੇ ਬੱਚੇ ਹੁੰਦੇ ਹਨ, ਉਹ ਆਪਣੇ ਮਾਤਾ ਪਿਤਾ ਦੀ ਸ਼ਰਨ ਲੈਂਦੇ ਹਨ।
ਤੇ ਕੋਈ ਦੁੱਖ ਆਉਂਦਾ ਹੈ ਕਹਿੰਦੇ ਹਨ ਕਿ ਮੰਮੀ ਜੀ ਪਾਪਾ ਜੀ ਸਾਨੂੰ ਬਚਾਓ। ਸੋ ਮਾਤਾ ਪਿਤਾ ਆਪਣਾ ਪੂਰਾ ਜ਼ੋਰ ਲਾਉਂਦੇ ਹਨ ਆਪਣੇ ਬੱਚਿਆਂ ਦੀ ਰੱਖਿਆ ਕਰਨ ਵਾਸਤੇ, ਪਰ ਜੋ ਸਭ ਤੋਂ ਵੱਡਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਸੋ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਵੱਡਾ ਹੋਣ ਕਰਕੇ ਉਹ ਸਾਰਿਆਂ ਦਾ ਸ਼੍ਰੋਮਣੀ ਹੈ। ਸੋ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਸ ਦੀ ਜਿੱਥੇ ਕੋਈ ਦੁਨਿਆਵੀ ਲੋਕ ਮਦਦ ਨਹੀਂ ਕਰ ਸਕਦੇ, ਜਿਸ ਤਰ੍ਹਾਂ ਕਿ ਦ੍ਰੌਪਦੀ ਦੀ ਮਦਦ ਕੋਈ ਨਹੀਂ ਕਰ ਸਕਦਾ ਸੀ, ਨਾ ਉਸ ਦੇ ਪਤੀ ਕਰ ਸਕਦੇ ਸਨ, ਨਾ ਭੀਸ਼ਮ ਪਿਤਾਮਾ ਕਰ ਸਕਦਾ ਸੀ, ਨਾ ਹੀ ਗੁਰੂ ਦਰੋਣਾਚਾਰੀਆ ਕਰ ਸਕਦਾ ਸੀ, ਅਤੇ ਨਾ ਹੀ ਜੋ ਰਾਜਾ ਸੀ ਧ੍ਰਿਤਰਾਸ਼ਟਰ ਉਹ ਕਰ ਸਕਦਾ ਸੀ। ਉਸਨੇ ਜਦ ਸਾਰੇ ਹੀਲੇ ਵਸੀਲੇ ਦੇਖੇ ਕਿ ਮੇਰੀ ਕੋਈ ਮਦਦ ਨਹੀਂ ਹੋ ਰਹੀ, ਕਿਸੇ ਪਾਸੋਂ ਕੋਈ ਮਦਦ ਨਹੀਂ ਮੇਰੀ ਕੋਈ ਹੋ ਰਹੀ, ਤਾਂ ਉਹ ਅੱਖੀ ਮੀਟ ਧਿਆਨ ਧਰ ਹਾਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਸੋ ਉਸਨੇ ਅੱਖਾਂ ਬੰਦ ਕਰਕੇ ਧਿਆਨ ਧਰਿਆ ਅਤੇ ਉਸ ਦੀ ਫਿਰ ਮਦਦ ਹੋਈ। ਕੱਪੜ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਜਾਣੀ ਇਸ ਤਰ੍ਹਾਂ ਕਰਕੇ ਦ੍ਰੌਪਦੀ ਦੀ ਲਾਜਪਤ ਆਬਰੂ ਰੱਖੀ ਗਈ। ਜੋ ਸ਼ਰਨ ਵਿੱਚ ਆ ਜਾਂਦਾ ਹੈ ਉਸ ਦੀ ਜੋ ਫਰਜ਼ ਹੈ ਜ਼ਿੰਮੇਵਾਰੀ ਉਹ ਸਤਿਗੁਰਾਂ ਦੀ ਬਣ ਜਾਂਦੀ ਹੈ। ਮਹਾਰਾਜ ਆਖਦੇ ਨੇ ਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈ ਹੈ। ਭਾਈ ਸਾਰੇ ਸੁੱਖਾਂ ਦਾ ਜੋ ਦਾਤਾ ਹੈ ਉਹ ਮੇਰੇ ਸਤਿਗੁਰੂ ਮਹਾਰਾਜ ਜੀ ਹਨ, ਤੂੰ ਐਸੇ ਸਤਿਗੁਰਾਂ ਦੀ ਸਰਣੀ ਆ। ਸੋ ਸਤਿਗੁਰ ਦੀ ਸ਼ਰਨ ਲਈ ਭਾਈ ਦੇਵੀ ਦਾਸ ਜੀ ਨੇ ਅਤੇ ਭਾਈ ਬਿਧੀ ਚੰਦ ਜੀ ਨੇ ਸ਼ਰਨ ਲਈ, ਤਾਂ ਇਹਨਾਂ ਨੂੰ ਕੋਈ ਆਂਚ ਨਹੀਂ ਆਈ। ਭਾਈ ਬਿਧੀ ਚੰਦ ਜੀ ਭੱਠੇ ਦੇ ਵਿੱਚ ਚਲੇ ਜਾਂਦੇ ਹਨ, ਇਤਨਾ ਸੇਕ ਮਾਰਦਾ ਹੈ, ਤਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਉਹਨਾਂ ਨੇ ਧਿਆਨ ਧਰਿਆ ਤਾਂ ਉਸ ਨੂੰ ਕੋਈ ਦੁੱਖ ਨਹੀਂ ਆਇਆ, ਕਿਉਂਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈ ਹੈ। ਸੋ ਐਸੀ ਜੋ ਸ਼ਰਨ ਹੈ ਪੂਰੇ ਸਤਿਗੁਰਾਂ ਦੀ, ਸੋ ਉਸ ਦੀ ਬਾਬਤ ਹੋਰ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਖੋਲ੍ਹ ਕੇ ਸਾਨੂੰ ਦੱਸਦੇ ਹਨ। ਰਾਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣਉ ਨੀਚ ਮੂਰਖਾਰੇ। ਮਾਨ ਕਰੋ ਤੁਧਿ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮੇ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨਹਾਰੇ। ਹਮ ਅਵਗਨ ਕਰੈ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ। ਦਾਸੀ ਸੰਗਤ ਪ੍ਰਭु ਤਿਆਗ ਏ ਕਰਮ ਹਮਾਰੇ। ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਣਾਰੇ। ਲਾਗ ਬਰੇ ਤੇਰੇ ਦਾਨ ਸਿਓ ਨ ਚਿਤ ਖਸਮਾਰੇ। ਤੁਝ ਤੇ ਬਾਹਰ ਕਿਛ ਨਹੀਂ ਪਵ ਕਾਟਨ ਹਾਰੇ। ਕਹੋ ਨਾਨਕ ਸਰਣ ਦਇਆਲ ਗੁਰ ਲਿਹੋ ਮੁਗਧ ਉਧਾਰੇ। ਹੇ ਸੱਚੇ ਪਾਤਸ਼ਾਹ ਮਹਾਰਾਜ ਜੀ, ਸਾਨੂੰ ਮੂਰਖਾਂ ਦਾ ਤੂੰ ਉਧਾਰ ਕਰ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਿਆ ਹਰ ਗਾਈਐ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋ ਸ਼ਰਨ ਹੈ, ਸਤ ਬਚਨ ਨਾਨਕ ਹੈ, ਸਤ ਬਚਨ ਨਾਨਕ ਕਹੈ ਪ੍ਰਗਟ ਸਭ ਮਾਹੇ। ਪ੍ਰਭ ਕੇ ਸੇਵਕ ਸ਼ਰਨ ਪ੍ਰਭ ਤਿਨ ਕਉ ਭਉ ਨਾਹੇ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਭਉ ਡਰ ਨਹੀਂ ਹੋਏਗਾ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਸੋ ਇਸ ਤਰ੍ਹਾਂ ਕਰਕੇ ਉਹ ਦੋਨੋਂ ਗੁਰਸਿੱਖ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਲੈਣ ਵਾਸਤੇ ਆਏ। ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਸਾਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖੋ। ਦੂਸਰੀ ਉਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਜਗਤ ਨੂੰ ਅਸਾਰ ਜਾਣ ਕੇ ਅਸੀਂ ਮੰਗੀਏ ਕੁਝ ਵੀ ਨਹੀਂ। ਸੋ ਸਾਧ ਸੰਗਤ ਜੀ, ਅਸੀਂ ਦੇਖਦੇ ਹਾਂ, ਅਸੀਂ ਪੜ੍ਹਦੇ ਹਾਂ ਗੁਰਬਾਣੀ, ਉਸ ਵਿੱਚ ਮਹਾਰਾਜ ਜੀ ਨੇ ਜਗ੍ਹਾ ਜਗ੍ਹਾ ਉੱਪਰ ਦੱਸਿਆ ਹੈ ਕਿ ਜੋ ਸੰਸਾਰ ਹੈ ਇਹ ਅਸਾਰ ਹੈ, ਭਾਵ ਕਿ ਨਾਸਵਾਨ ਹੈ। ਪਰ ਅਸੀਂ ਇਸ ਨੂੰ ਸੰਪੂਰਨ ਰੂਪ ਵਿੱਚ ਮੰਨਦੇ ਨਹੀਂ। ਅਸੀਂ ਗੁਰਾਂ ਦੇ ਬਚਨ ਨੂੰ ਅਸੀਂ ਭੁੱਲ ਜਾਂਦੇ ਹਾਂ। ਸੋ ਇਹੀ ਉਹਨਾਂ ਨੇ ਬੇਨਤੀ ਕੀਤੀ ਹੈ ਗੁਰਸਿੱਖਾਂ ਨੇ ਕਿ ਮਹਾਰਾਜ ਜੀ ਸਾਨੂੰ ਇਹ ਜਣਾ ਦਿਓ, ਸਾਨੂੰ ਮਹਿਸੂਸ ਕਰਾ ਦਿਓ ਸੱਚੇ ਪਾਤਸ਼ਾਹ ਮਹਾਰਾਜ ਜੀਓ, ਇਹ ਜੋ ਸੰਸਾਰ ਹੈ ਇਹ ਨਾਸਵਾਨ ਹੈ। ਸੋ ਇਹ ਸਾਨੂੰ ਨਾਸਵਾਨਤਾ ਸੱਚੇ ਪਾਤਸ਼ਾਹ ਜੀਓ ਸਾਨੂੰ ਜਣਾ ਦੇਵੋ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਐਸਾ ਹੀ ਭਾਵ ਆਪਾਂ ਆਸਾ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ। ਕੂੜ ਕੂੜਾ ਨੇਹੋ ਲੱਗਾ ਵਿਸਰਿਆ ਕਰਤਾਰ।
किस नाल कीचै दोस्ती, सब जग चलन हार। कूड़ मिठा कूड़ माखियो कूड़, डोबे पूर। नानक बखाणै बेनती, तुद बाज कूड़ो कूड़। ਵਾਹਿਗੁਰੂ ਤੋਂ ਬਿਨਾ ਸਭ ਕੁਛ ਕੂੜ ਹੈ। ਭਾਵੇਂ ਰਾਜਾ ਹੈ, ਭਾਵੇਂ ਪਰਜਾ ਹੈ, ਭਾਵੇਂ ਕੋਈ ਮਹਿਲ ਮਨਾਰੇ ਮਾੜੀਆਂ ਹਨ, ਭਾਵੇਂ ਕੋਈ ਚਾਂਦੀ ਹੈ, ਸੋਨਾ ਹੈ, ਕੱਪੜੇ ਹਨ, ਸਰੀਰ ਹੈ, ਇਸਤਰੀ ਹੈ, ਮਰਦ ਹੈ, ਕੁਛ ਵੀ ਹੈ, ਉਹ ਸਭ ਕੁਛ ਕੂੜ ਹੈ। ਪਰ ਇਹ ਕੂੜ ਮਿੱਠਾ ਲੱਗਦਾ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਨਾਨਕ ਵਖਾਣਾ ਬੇਨਤੀ, ਤੁਧ ਬਾਝ ਕੂੜੋ ਕੂੜ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਫਰਮਾਨ ਕਰਦੇ ਹੋ ਕਿ ਵਾਹਿਗੁਰੂ ਤੋਂ ਬਿਨਾ ਸਭ ਕੁਛ ਕੂੜ ਹੈ। ਸੱਚੇ ਪਾਤਸ਼ਾਹ ਜੀ ਇਹ ਸਾਨੂੰ ਗੱਲ ਮਹਿਸੂਸ ਕਰਵਾ ਦਿਓ, ਸਾਨੂੰ ਅਹਿਸਾਸ ਹੋ ਜਾਵੇ ਕਿ ਸਭ ਕੁਝ ਕੂੜ ਹੈ। ਅਸੀਂ ਇਸ ਨੂੰ ਕੂੜ ਜਾਣ ਕੇ ਅਸੀਂ ਕੋਈ ਵੀ ਸੰਸਾਰੀ ਦਾਤ ਨਾ ਮੰਗੀਏ। ਅਸੀਂ ਕੇਵਲ ਮੰਗੀਏ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਅਸੀਂ ਨਾਮ ਮੰਗੀਏ, ਅਸੀਂ ਗੁਰਬਾਣੀ ਮੰਗੀਏ, ਜਾਣੀ ਅਸੀਂ ਸੇਵਾ ਅਤੇ ਸਿਮਰਨ ਮੰਗੀਏ। ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਵਿੱਚ ਇਸ ਤਰ੍ਹਾਂ ਫਰਮਾਨ ਕਰਦੇ ਹਨ। ਅਣਮੰਗਿਆ ਦਾਨ ਦੀਜੈ ਦਾਤੇ, ਤੇਰੀ ਭਗਤ ਭਰੇ ਭੰਡਾਰਾ। ਰਾਮ ਨਾਮ ਬਿਨ ਮੁਕਤ ਨ ਹੋਈ, ਨਾਨਕ ਕਹਿ ਵਿਚਾਰਾ। ਸੋ ਅਕਾਲ ਪੁਰਖ ਵਾਹਿਗੁਰੂ ਤਾਂ ਅਣਮੰਗਿਆਂ ਦਾਨ ਦਿੰਦਾ ਹੈ, ਹੁਣ ਵੀ ਦੇ ਰਿਹਾ। ਜੋ ਪਹਿਲਾਂ ਸੰਸਾਰ ਹੋ ਚੁੱਕਿਆ ਉਹਨੂੰ ਵੀ ਦਾਨ ਦਿੰਦਾ ਰਿਹਾ, ਜੋ ਅੱਗੇ ਵੀ ਸੰਸਾਰ ਹੋਏਗਾ ਉਸ ਨੂੰ ਵੀ ਦਾਨ ਦਿੰਦਾ ਰਹੇਗਾ। ਸੋ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਦਾਤਾ ਬਣਦਾ ਹੈ, ਪੂਰਾ ਸਤਿਗੁਰੂ ਸਦਾ ਹੀ ਦਾਤਾ ਬਣਦਾ ਹੈ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦਿਹ ਵਡਿਆਈਆਂ। ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੇ ਜਲ ਥਲ ਜਨਤਾ ਸਭ ਤੈ। ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਹੇ ਜੀਵ ਤੂੰ ਕਿਉਂ ਚਿੰਤਾ ਕਰਦਾ ਹੈ? ਉਹ ਤਾਂ ਜਿਹੜਾ ਪੱਥਰ ਦਾ ਕੀੜਾ ਹੈ ਉਸ ਨੂੰ ਵੀ ਰੋਜੀ ਰਿਜ਼ਕ ਦਿੰਦਾ, ਜਿਸ ਵਿੱਚ ਕੋਈ ਮਾਰਗ ਨਹੀਂ ਹੈ, ਜਿਸ ਵਿੱਚ ਕੋਈ ਰਿਜ਼ਕ ਪਹੁੰਚਾਉਣ ਦਾ ਕੋਈ ਰਸਤਾ ਨਹੀਂ। ਉਸ ਜਗ੍ਹਾ ਉੱਪਰ ਵੀ ਅਕਾਲ ਪੁਰਖ ਵਾਹਿਗੁਰੂ ਉਸ ਵਾਸਤੇ ਭੋਜਨ ਜੋ ਉਸਨੇ ਛਕਣਾ ਹੁੰਦਾ ਹੈ ਉਹ ਪਹੁੰਚਾ ਦਿੰਦਾ ਹੈ। ਸੋ ਇਸ ਕਰਕੇ ਤੂੰ ਕਿਉਂ ਚਿੰਤਾ ਕਰਦਾ ਹੈ? ਕਾਹੇ ਰੇ ਮਨ ਚਿਤ ਵੈ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤੁ ਪਾਏ, ਤਾਂ ਕਾ ਰਿਜ਼ਕ ਆਗਾ ਕਰ ਤਰਿਆ। ਸੋ ਐਸਾ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ ਜਿਹੜਾ ਸਾਰਿਆਂ ਜੀਵਾਂ ਨੂੰ ਦਿੰਦਾ ਹੈ। ਸੋ ਉਹਨਾਂ ਨੇ ਇਸ ਤਰ੍ਹਾਂ ਦੀ ਦਾਤ ਮੰਗੀ ਕਿ ਅਸੀਂ ਜਗਤ ਨੂੰ ਅਸਾਰ ਜਾਣੀਏ, ਅਸੀਂ ਮੰਗੀਏ ਕੁਝ ਵੀ ਨਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕੋਈ ਵੀ ਚੀਜ਼ ਥਿਰ ਰਹਿਣ ਵਾਲੀ ਨਹੀਂ ਹੈ। ਨਾ ਇਹ ਤਨ ਥਿਰ ਰਹੇਗਾ, ਨਾ ਇਸ ਤਨ ਦੇ ਪਹਿਨਣ ਵਾਲੇ ਕੋਈ ਵਸਤਰ ਥਿਰ ਰਹਿਣੇ ਨੇ, ਨਾ ਹੀ ਇਹ ਜੋ ਮਕਾਨ ਜਿੱਥੇ ਅਸੀਂ ਰਹਿ ਰਹੇ ਹਾਂ ਕੁਛ ਵੀ ਥਿਰ ਰਹਿਣ ਵਾਲਾ ਨਹੀਂ ਹੈ। ਸਾਰਾ ਕੁਝ ਨਾਸਵੰਤ ਹੈ। ਸੋ ਥਿਰ ਜੋ ਰਹਿਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਆ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਸੋ ਬਾਕੀ ਸਭ ਕੁਝ ਨਾਸ ਹੋਣ ਵਾਲਾ ਹੈ। ਸੋ ਸੱਚੇ ਪਾਤਸ਼ਾਹ ਜੀਓ ਇਹ ਸਾਨੂੰ ਮਹਿਸੂਸ ਕਰਾ ਦਿਓ। ਅਤੇ ਅੱਗੇ ਉਹਨਾਂ ਨੇ ਹੋਰ ਦਾਤ ਮੰਗੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਜੇ ਤੇਰਾ ਭਾਣਾ ਹੈ ਇਹ ਸਾਨੂੰ ਮਿੱਠਾ ਕਰਕੇ ਲੱਗੇ, ਅਸੀਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਜਾਣੀਏ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ। ਜੋ ਪ੍ਰਭ ਕਹੈ ਸੋਈ ਪਲ ਮਾਨੋ, ਸੁਖ ਦੁੱਖ ਉਹੀ ਤੇ ਆਈਐ ਰੇ। ਜਿਸ ਤਰ੍ਹਾਂ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਵਾਹਿਗੁਰੂ ਜੀ ਜੋ ਤੈਨੂੰ ਭਾਉਂਦਾ ਹੈ ਉਹ ਚੰਗਾ ਹੈ। ਉਹੀ ਸੱਚੇ ਪਾਤਸ਼ਾਹ ਜੀਓ ਸਾਨੂੰ ਚੰਗਾ ਲੱਗੇ, ਅਸੀਂ ਤੇਰੀ ਰਜ਼ਾ ਵਿੱਚ ਆਈਏ, ਅਸੀਂ ਤੇਰੇ ਭਾਣੇ ਵਿੱਚ ਆਈਏ, ਅਸੀਂ ਤੇਰਾ ਹੁਕਮ ਮੰਨੀਏ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਐਸੀ ਦਾਤ ਉਹ ਦੋਨੋਂ ਗੁਰਸਿੱਖ ਮੰਗ ਰਹੇ ਨੇ ਕਿ ਸੱਚੇ ਪਾਤਸ਼ਾਹ ਮਹਾਰਾਜ ਜੀਓ
ਸਾਨੂੰ ਤੇਰਾ ਭਾਣਾ ਮਿੱਠਾ ਕਰਕੇ ਲੱਗੇ। ਅਸੀਂ ਹੋਰ ਕੁਝ ਵੀ ਨਾ ਮੰਗੀਏ, ਕੋਈ ਦੁਨਿਆਵੀ ਦਾਤ ਨਾ ਮੰਗੀਏ। ਜੇ ਮੰਗੀਏ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਅਸੀਂ ਨਾਮ ਮੰਗੀਏ। ਸਾਡੀ ਮੰਗਣ ਦੀ ਇੱਛਾ ਹੀ ਸਤਿਗੁਰ ਮਹਾਰਾਜ ਜੀ ਉਹ ਨਿਵਰਤ ਕਰ ਦਿਓ। ਸਾਡੀ ਇੱਛਾ ਹੀ ਨਾ ਰਹੇ ਸਾਡੇ ਮਨ ਦੇ ਵਿੱਚ। ਸਾਨੂੰ ਆਪਣੇ ਚਰਨਾਂ ਵਿੱਚ ਰੱਖੋ। ਅਤੇ ਅੱਗੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਫਿਰ ਬਚਨ ਕਰਦੇ ਨੇ, ਉਹਨਾਂ ਨੂੰ ਜਾਣੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ, ਜੋ ਸਾਡੇ ਚਰਨ ਹਨ ਇਹ ਸਾਧ ਸੰਗਤ ਵਿੱਚ ਸਦਾ ਰਹਿੰਦੇ ਨੇ। ਅਸੀਂ ਸਾਧ ਸੰਗਤ ਵਿੱਚ ਅਸੀਂ ਸਦਾ ਵਾਸਾ ਕਰਦੇ ਹਾਂ। ਅਤੇ ਸਾਧ ਸੰਗਤ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ। ਜੋ ਸੰਗਤ ਵਿੱਚ ਬੈਠੇ ਨੇ, ਸੰਗਤ ਵੀ ਵਾਹਿਗੁਰੂ ਦਾ ਰੂਪ ਹੈ, ਗੁਰੂ ਵੀ ਵਾਹਿਗੁਰੂ ਦਾ ਰੂਪ ਹੈ। ਸੋ ਸਾਧ ਸੰਗਤ ਜੋ ਹੈ ਉਸ ਦੀ ਬਾਬਤ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਹਉ ਮਨ ਤਨ ਖੋਜੀ ਭਾਲ ਭਾਲਾਈ, ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪ੍ਰਭੂ ਸੰਗਤ ਦੇ ਵਿੱਚ ਵਸਦਾ ਹੈ। ਅਤੇ ਜੋ ਸਾਧ ਸੰਗਤ ਹੈ ਇਹ ਬੈਕੁੰਠ ਦੇ ਸਮਾਨ ਹੈ, ਜਾਣੀ ਸੱਚਖੰਡ ਦੇ ਸਮਾਨ ਹੈ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਸਾਧ ਸੰਗ ਵਸਤ ਅਗੋਚਰ ਲਹੈ, ਜਿਹੜੀ ਕਿ ਇੰਦਰੀਆਂ ਦੇ ਪਹੁੰਚ ਵਿੱਚ ਉਹ ਵਸਤੂ ਨਹੀਂ ਹੈ। ਉਹ ਕਿਹੜੀ ਵਸਤੂ ਹੈ? ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਵਾਹਿਗੁਰੂ ਆਪ ਇੰਦਰੀਆਂ ਤੋਂ ਅਗੋਚਰ ਹੈ, ਇੰਦਰੀਆਂ ਦੀ ਜਾਣੀ ਪਹੁੰਚ ਵਿੱਚ ਨਹੀਂ ਹੈ। ਸਾਧ ਸੰਗਤ ਵਿੱਚ ਮਿਲ ਕੇ ਸਾਧ ਸੰਗ ਵਸਤ ਅਗੋਚਰ ਲਹੈ, ਸਾਧੂ ਕਾ ਸੰਗ ਅਜਰਸ ਹੈ। ਅਜਰ ਵਸਤੂ ਨੂੰ ਵੀ ਸਹਿਣ ਕਰ ਲੈਂਦਾ ਹੈ ਜਿਹੜਾ ਸਤਸੰਗੀ ਹੋਏਗਾ। ਜਹ ਸਤਿਗੁਰ ਤਹ ਸਤ ਸੰਗਤ ਬਣਾਈ, ਜਹ ਸਤਿਗੁਰ ਸਹਿਜੇ ਹਰ ਗੁਣ ਗਾਈ। ਜਹ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ। ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਸਤਸੰਗਤ ਹੈ, ਗੁਰੂ ਦੇ ਨਾਲ ਹੀ ਸੰਗਤ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਸਭ ਤੋਂ ਉੱਤਮ ਪੰਥ, ਮਹਾਨ ਪੰਥ ਕਿਹੜਾ ਹੈ? ਗੁਰੂ ਦੀ ਸੰਗਤ ਕਰਨੀ। ਸੰਗਤ ਹੀ ਇੱਕ ਪੰਥ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਜਮਾਂ ਦਾ ਤਰਾਸ, ਜਮਾਂ ਦਾ ਜੋ ਡਰ ਹੈ ਉਹ ਮਿਟ ਜਾਂਦਾ ਹੈ। ਸੋ ਐਸੀ ਸੰਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਚਨ ਕਰਦੇ ਹਨ ਕਿ ਜਿਹੜੇ ਸਾਡੇ ਚਰਨ ਨੇ ਇਹ ਸਾਧ ਸੰਗਤ ਵਿੱਚ ਹਨ, ਅਤੇ ਤੁਸੀਂ ਸਾਧਾਂ ਦੀ ਸੇਵਾ ਕਰਨੀ। ਅਤੇ ਜੋ ਧਰਮਸ਼ਾਲ ਹੈ ਇਸ ਵਿੱਚ ਦੋਏ ਵੇਲੇ ਤੁਸੀਂ ਤੁਰ ਕੇ ਜਾਣਾ ਹੈ। ਅਤੇ ਸੰਤਾਂ ਵਿੱਚ, ਸਤਿਗੁਰਾਂ ਵਿੱਚ ਅਤੇ ਪਰਮੇਸ਼ਰ ਵਿੱਚ ਭੇਦ ਨਹੀਂ ਜਾਣਨਾ। ਇੱਕ ਸੰਤ ਹੋ ਗਿਆ, ਇੱਕ ਸਤਿਗੁਰੂ ਮਹਾਰਾਜ ਹੋ ਗਏ, ਇੱਕ ਪਰਮੇਸ਼ਰ ਹੋ ਗਿਆ। ਸੰਤ ਕਹਿ ਲਓ, ਸਾਧ ਕਹਿ ਲਓ, ਗੁਰਸਿੱਖ ਕਹਿ ਲਓ, ਇੱਕੇ ਬਾਤ ਹੋਇਆ ਕਰਦੀ ਹੈ। ਕਿਉਂਕਿ ਜੋ ਰਹਿਤ ਹੈ ਉਹ ਜੋ ਸਿੱਖ ਦੀ ਰਹਿਤ ਹੈ, ਉਹੀ ਸੰਤ ਦੀ ਰਹਿਤ ਹੈ, ਉਹੀ ਸਾਧੂ ਦੀ ਰਹਿਤ ਹੈ, ਉਹੀ ਗੁਰਸਿੱਖਾਂ ਦੀ ਰਹਿਤ ਹੈ। ਸੋ ਸਾਰੀ ਰਹਿਤ ਇੱਕ ਜੈਸੀ ਹੀ ਹੈ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਾਧੂ ਵਿੱਚ ਅਤੇ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ ਹੁੰਦਾ। ਇਹ ਸਾਨੂੰ ਗੁਰਬਾਣੀ ਸਾਨੂੰ ਵਾਰ-ਵਾਰ ਐਸੇ ਸਾਨੂੰ ਬਚਨ ਫਰਮਾਨ ਕਰਕੇ ਦੱਸਦੀ ਹੈ ਕਿ ਭਾਈ ਸਾਧੂ ਹੈ ਜੋ ਉਹ ਵਾਹਿਗੁਰੂ ਦਾ ਰੂਪ ਹੁੰਦਾ ਹੈ। ਜਾ ਕਹੀਐ ਕੀਓ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ। ਸੋ ਭਗਵਾਨ ਦਾ ਰੂਪ ਹੈ ਜਿਸ ਦੇ ਹਿਰਦੇ ਦੇ ਵਿੱਚ ਨਾਮ ਵਸਦਾ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਉਹ ਸੰਤ ਹੈ ਜਿਹੜਾ ਸਾਸ ਗਿਰਾਸ ਨਾਮ ਜਪਦਾ ਹੈ। ਸੰਤ ਅਨੰਤ ਹੈ, ਅੰਤਰ ਨਾਹੀ। ਅਨੰਤ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਹੈ। ਸੋ ਅਨੰਤ ਅਕਾਲ ਪੁਰਖ ਵਾਹਿਗੁਰੂ ਅਤੇ ਸੰਤ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ, ਦੋਨੋਂ ਇੱਕ ਹੀ ਰੂਪ ਹੋਇਆ ਕਰਦੇ ਹਨ। ਸੋ ਜੋ ਸਾਸ ਗਿਰਾਸ ਨਾਮ ਜਪਦੇ ਹਨ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਦੇਖੋ ਜਿਹੜਾ ਸਾਸ ਗਿਰਾਸ ਗੁਰਸਿੱਖ ਨਾਮ ਜਪਦਾ ਹੈ ਉਹ ਗੁਰੂ ਦੇ ਮਨ ਨੂੰ ਭਾ ਜਾਂਦਾ ਹੈ। ਹੁਣ ਇੱਥੇ ਸਿੱਖ ਵੀ ਸਾਸ ਗਿਰਾਸ ਨਾਮ ਜਪਦਾ ਹੈ ਅਤੇ ਸੰਤ ਵੀ ਸਾਸ ਗਿਰਾਸ ਨਾਮ ਜਪਦਾ ਹੈ। ਜੋ ਸੰਤ ਹੈ ਉਹ ਸਿੱਖ ਹੈ, ਜੋ ਸਿੱਖ ਹੈ ਉਹ ਸੰਤ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਸੋ ਜਿਨ੍ਹਾਂ ਨੂੰ ਨਾਮ ਨਹੀਂ ਨਾ ਵਿਸਰਦਾ
ਉਹ ਪਰਮੇਸ਼ਰ ਵਰਗੇ ਹੀ ਹਨ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਗੁਰਸਿੱਖਾਂ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਆਪ ਵਰਤਦੇ ਨੇ। ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਜਿਹੜਾ ਸਿੱਖਾਂ ਨੂੰ ਲੋਚਦਾ ਹੈ ਉਸ ਦੇ ਉੱਪਰ ਪੂਰੇ ਸਤਿਗੁਰਾਂ ਦੀ ਖੁਸ਼ੀ ਆ ਜਾਂਦੀ ਹੈ, ਜਾਣੀ ਪੂਰੇ ਸਤਿਗੁਰੂ ਖੁਸ਼ ਹੁੰਦੇ ਹਨ। ਜਿਹੜਾ ਗੁਰਸਿੱਖ ਨਾਮ ਜਪਦੇ ਨੇ, ਗੁਰਬਾਣੀ ਪੜ੍ਹਦੇ ਨੇ, ਸੇਵਾ ਸਿਮਰਨ ਵਿੱਚ ਲੱਗੇ ਰਹਿੰਦੇ ਨੇ, ਐਸੇ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਆਪ ਵਰਤਦੇ ਨੇ। ਜਿਸ ਤਰ੍ਹਾਂ ਕਿ ਦਸਵੇਂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ, ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜਹ ਨਿਸਭੋਰ। ਮਹਾਰਾਜ ਜੀ ਆਖਦੇ ਨੇ, ਇੱਕ ਤਾਂ ਸਾਡਾ ਜਿਹੜਾ ਰੂਪ ਹੈ ਆ ਤੁਸੀਂ ਸਰੀਰ ਰੂਪ ਕਰਕੇ ਦੇਖਦੇ ਹੋ, ਦੂਸਰਾ ਰੂਪ ਸਾਡਾ ਸ਼ਬਦ ਹੈ, ਤੀਸਰਾ ਰੂਪ ਸਾਡਾ ਗੁਰਸਿੱਖ ਹਨ। ਸੋ ਉਹ ਗੁਰਸਿੱਖਾਂ ਦੀ ਬਾਬਤ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਜਿਹੜੇ ਸਿੱਖ ਨੇ ਇਹ ਮੇਰਾ ਰੂਪ ਨੇ। ਕਿਹੜੇ ਸਿੱਖ? ਗੁਰਬਾਣੀ ਰਤ ਜਹ ਨਿਸਭੋਰ, ਜਿਹੜੇ ਗੁਰਬਾਣੀ ਦੇ ਵਿੱਚ ਰੱਤੇ ਰਹਿੰਦੇ ਨੇ। ਕਿੰਨਾ ਕੁ ਟਾਈਮ ਰੱਤੇ ਰਹਿੰਦੇ ਨੇ? ਨਿਸਭੋਰ, ਨਿਸ ਕਹਿੰਦੇ ਨੇ ਰਾਤ ਨੂੰ, ਭੋਰ ਕਹਿੰਦੇ ਨੇ ਦਿਨ ਨੂੰ। ਜਿਹੜੇ ਦਿਨ ਰਾਤ ਭਾਵ ਕੇ ਗੁਰਬਾਣੀ ਵਿੱਚ ਰੱਤੇ ਰਹਿੰਦੇ ਨੇ, ਗੁਰਬਾਣੀ ਮੁਤਾਬਕ ਚੱਲਦੇ ਨੇ, ਗੁਰਬਾਣੀ ਸੁਣਦੇ ਨੇ, ਗੁਰਬਾਣੀ ਗਾਉਂਦੇ ਨੇ, ਗੁਰਬਾਣੀ ਨੂੰ ਜਪਦੇ ਰਹਿੰਦੇ ਨੇ, ਵਾਰ-ਵਾਰ ਨਾਮ ਜਪਦੇ ਨੇ, ਸੇਵਾ ਵਿੱਚ ਰੱਤੇ ਰਹਿੰਦੇ ਹਨ। ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮੈਂ ਤਾਸ ਮਹਿ ਰੰਚਕ ਨਾਹੀ ਭੇਵ। ਜਿਨ੍ਹਾਂ ਨੇ ਆਤਮਾ ਦਾ ਰਸ ਜਾਣ ਲਿਆ, ਮਹਾਰਾਜ ਕਹਿੰਦੇ ਉਹਨੂੰ ਖਾਲਸਾ ਆਖਿਆ ਜਾਂਦਾ ਹੈ। ਸੋ ਉਹ ਜੋ ਖਾਲਸਾ ਹੈ ਜਿਸ ਨੇ ਆਤਮਾ ਦਾ ਰਸ ਜਾਣ ਲਿਆ ਹੈ, ਉਸ ਵਿੱਚ ਤੇ ਪ੍ਰਭੂ ਵਿੱਚ ਤੇ ਮੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕੋਈ ਭੇਦ ਨਹੀਂ ਹੈ। ਸੋ ਇੱਕ ਹੀ ਰੂਪ ਹਨ। ਖਾਲਸਾ ਮੇਰੋ ਰੂਪ ਹੈ ਖਾਸ, ਖਾਸ ਰੂਪ ਹੈ ਖਾਲਸਾ ਮੇਰਾ। ਮਹਾਰਾਜ ਆਖਦੇ ਨੇ, ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੂੰਦੇਰੋ। ਸੋ ਇੱਕ ਰੂਪ ਹਨ। ਜੋ ਖਾਲਸਾ ਹੈ ਇਹੀ ਗੁਰੂ ਹੈ, ਗੁਰੂ ਹੀ ਖਾਲਸਾ ਹੈ। ਸੋ ਭਾਵ ਕਿ ਇੱਕ ਰੂਪ ਹੀ ਹਨ ਦੋਨੋਂ ਜਾਣੇ। ਇਸ ਕਰਕੇ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮਹਿ ਰੰਚਕ ਨਾਹੀ ਭੇਵ। ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮੇਸ਼ਰ ਨੂੰ ਇੱਕ ਰੂਪ ਕਰਕੇ ਜਾਣੀਏ। ਸੋ ਖਾਲਸੇ ਵਿੱਚ ਜਾਣੀ ਕੋਈ ਭੇਦ ਨਹੀਂ। ਜੋ ਖਾਲਸਾ ਹੈ ਉਹ ਗੁਰੂ ਦਾ ਰੂਪ ਹੈ, ਵਾਹਿਗੁਰੂ ਦਾ ਰੂਪ ਹੈ। ਜਿਹੜਾ ਗੁਰੂ ਹੈ ਉਹ ਵੀ ਸਿੱਖ ਦਾ ਰੂਪ ਹੈ, ਭਾਵ ਕਿ ਸਿੱਖ ਗੁਰੂ ਵਿੱਚ ਸਮਾਇਆ ਹੋਇਆ ਹੈ ਅਤੇ ਗੁਰੂ ਸਿੱਖ ਵਿੱਚ ਸਮਾਇਆ ਹੋਇਆ ਹੈ। ਇਸੇ ਤਰ੍ਹਾਂ ਹੀ ਗੁਰੂ ਪਰਮੇਸ਼ਰ ਦਾ ਰੂਪ ਹੈ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਪਾਵੈ ਸੋ ਪਰਵਾਣ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤੇ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਅਤੇ ਗੁਰੂ ਵਿੱਚ ਤੇ ਜਾਣੀ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ, ਇੱਕ ਰੂਪ ਹਨ। ਸੋ ਮਹਾਰਾਜ ਜੀ ਨੇ ਆਖਿਆ ਤੁਸੀਂ ਜਾਣੀ ਸਿੱਖਾਂ ਨੂੰ, ਜਾਣੀ ਸੰਗਤਾਂ ਨੂੰ, ਸੰਤਾਂ ਨੂੰ ਅਤੇ ਸਤਿਗੁਰਾਂ ਨੂੰ ਅਤੇ ਪਰਮੇਸ਼ਰ ਨੂੰ ਇੱਕ ਰੂਪ ਕਰਕੇ ਜਾਣਨਾ ਅਤੇ ਧਰਮ ਦੀ ਕਿਰਤ ਕਰਨੀ। ਜੋ ਸਿੱਖ ਤੁਹਾਡੇ ਘਰ ਵਿੱਚ ਆਵੇ ਉਸ ਨਾਲ ਵੰਡ ਖਾਵਣਾ। ਤੁਸੀਂ ਸਦਾ ਹੀ ਮੇਰੇ ਚਰਨਾਂ ਦੀ ਸ਼ਰਨ ਵਿੱਚ ਹੋ, ਸਦਾ ਹੀ ਤੁਸੀਂ ਮੇਰੇ ਚਰਨਾਂ ਦੀ ਸ਼ਰਨ ਵਿੱਚ ਰਹੋਗੇ। ਅਤੇ ਜੋ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਫਰਮਾਨ ਕੀਤਾ ਹੈ, ਜੋ ਮੇਰਾ ਸਰੀਰ ਹੈ ਇਹ ਸਰਗੁਣ ਹੈ ਅਤੇ ਸ਼ਬਦ ਮੇਰਾ ਰਿਦਾ ਹੈ। ਨਿਰਗੁਣ ਰੂਪ ਹੈ ਜੋ ਸ਼ਬਦ ਹੈ। ਤੁਸੀਂ ਮੇਰੇ ਸਰੀਰ ਨਾਲ ਜੁੜੋਗੇ ਤਾਂ ਜ਼ਰੂਰ ਵਿਛੜੋਗੇ। ਜੋ ਸਰੀਰ ਨਾਲ ਮਿਲੋਗੇ ਤਾਂ ਫਿਰ ਵੀ ਦੁਬਾਰਾ ਵਿਛੜੋਗੇ, ਜੇ ਸ਼ਬਦ ਨਾਲ ਮਿਲੋਗੇ ਤਾਂ ਕਦੇ ਵੀ ਨਹੀਂ ਵਿਛੜੋਗੇ। ਸੋ ਇਸੇ ਕਰਕੇ ਸਾਨੂੰ ਸਤਿਗੁਰੂ ਮਹਾਰਾਜ ਜੀ ਸਾਨੂੰ ਗੁਰਬਾਣੀ ਵਿੱਚ ਵਾਰ-ਵਾਰ ਸਾਨੂੰ ਤਾਕੀਦ ਕਰਦੇ ਹਨ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਘਰ ਨੂੰ ਵਾਪਸ ਆ ਜਾਂਦੇ ਹਾਂ। ਸੋ ਅਸੀਂ ਆਉਂਦੇ ਜਾਂਦੇ ਰਸਤੇ ਵਿੱਚ ਅਸੀਂ ਗੁਰਬਾਣੀ ਪੜ੍ਹਦੇ ਹਾਂ, ਕਾਰ ਚਲਾਉਂਦੇ ਹਾਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਕਿਤੇ ਪੈਦਲ ਜਾਂਦੇ ਅਸੀਂ ਨਾਮ ਜਪਦੇ ਹਾਂ ਜਾਂ ਗੁਰਬਾਣੀ ਪੜ੍ਹਦੇ ਹਾਂ। ਸੋ ਗੁਰਬਾਣੀ ਗੁਰੂ ਦਾ ਰੂਪ ਹੈ, ਸ਼ਬਦ ਗੁਰੂ ਦਾ ਰੂਪ ਹੈ। ਸੋ ਜਦੋਂ ਸ਼ਬਦ ਸਾਡੀ ਰਸਨਾ 'ਤੇ ਆ, ਸਾਡੇ ਮਨ ਵਿੱਚ ਹੈ, ਤਾਂ ਗੁਰੂ ਸ਼ਬਦ ਰੂਪ ਹੋ ਕੇ ਹਰ ਸਮੇਂ ਸਾਡੇ ਅੰਗ ਸੰਗ ਹੈ। ਸ਼ਬਦ ਦੇਹੀ ਦੇ ਰੂਪ ਦੇ ਵਿੱਚ ਗੁਰੂ ਸਾਡੇ ਅੰਗ ਸੰਗ ਹਰ ਸਮੇਂ ਨਹੀਂ, ਕਿਉਂਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਨੇ। ਦਸਾਂ ਪਾਤਸ਼ਾਹੀਆਂ ਤੱਕ ਆਪਾਂ ਗੁਰੂ ਸਾਹਿਬ ਮਹਾਰਾਜ ਜੀ ਦਾ ਅਸੀਂ ਅਵਤਾਰ ਪੁਰਬ ਜਾਂ ਅਸੀਂ ਜੋਤੀ ਜੋਤ ਦਿਵਸ ਅਸੀਂ ਮਨਾਉਂਦੇ ਹਾਂ। ਸੋ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਤਿਗੁਰੂ ਮਹਾਰਾਜ ਜੀ ਸੁਭਾਏਮਾਨ ਨੇ।
ਉਹ ਸ਼ਬਦ ਰੂਪ ਦੇ ਵਿੱਚ ਨੇ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵੀ। ਸੋ ਇਸੇ ਤਰ੍ਹਾਂ ਹੀ ਸ਼ਬਦ ਰੂਪ ਦੇ ਵਿੱਚ ਵੀ ਜਦੋਂ ਸਿੱਖ ਸ਼ਬਦ ਨਾਲ ਜੁੜਿਆ ਹੋਇਆ ਹੈ, ਗੁਰਬਾਣੀ ਨਾਲ ਜੁੜਿਆ ਹੋਇਆ ਹੈ, ਗੁਰਬਾਣੀ ਵਾਰ-ਵਾਰ ਪੜ੍ਹਦਾ ਹੈ, ਗੁਰਬਾਣੀ ਸੁਣਦਾ ਹੈ, ਕੀਰਤਨ ਸੁਣਦਾ ਹੈ, ਕਥਾ ਵਿਚਾਰ ਸੁਣਦਾ ਹੈ, ਸੋ ਉਸ ਸਮੇਂ ਸਿੱਖ ਹਰ ਸਮੇਂ ਗੁਰੂ ਦੇ ਨਾਲ ਹੀ ਹੈ, ਕਿਉਂਕਿ ਸ਼ਬਦ ਹੀ ਗੁਰੂ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰਮੂਰਤ ਗੁਰ ਸ਼ਬਦ ਸੁਣ, ਸਾਧ ਸੰਗਤ ਆਸਣ ਨਿਰੰਕਾਰੀ। ਸਾਧ ਸੰਗਤ ਦੇ ਵਿੱਚ ਨਿਰੰਕਾਰ ਦਾ ਆਸਣ ਹੈ। ਸੋ ਜਿਹੜੀ ਗੁਰੂ ਦੀ ਮੂਰਤ ਹੈ ਉਹ ਗੁਰੂ ਦਾ ਸ਼ਬਦ ਹੈ। ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸਮਸਰ ਪਰਵਾਣਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੱਗੇ ਸਤਿਗੁਰ ਮਹਾਰਾਜ ਜੀ ਫਰਮਾਨ ਕਰਦੇ ਹਨ, ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਸਤਿਗੁਰ ਬਚਨ ਬਚਨ ਹੈ ਨੀਕੋ, ਗੁਰ ਬਚਨੀ ਅੰਮ੍ਰਿਤ ਪਾਵੈ ਗੋ। मेरा रूप ग्रंथ जी जान, इसमें भेद नहीं कुछ मान। तू जानी कोई भेद ना जान। श्री गुरु ग्रंथ साहिब जी पूरे गुरां दा रूप हैं, पूरे सतगुरां दा रूप हैं, 10 पातशाहां जी की जागदी जोत हैं। ਜਿਹੜੇ बचन ने सतगुरां दे, बचन की ने जो गुरबाणी है ये सतगुरां दे बचन ने। सो इन्हां बचनां नूं तुसीं गुरु रूप करके जाणो। हे भाई गुरसिखो, तुसी इस तरह करके शब्द नाल जुड़े रहोगे तो फिर कदे भी विछड़ोगे नहीं। सानू भी ऐसा ही उपदेश सच्चे पातशाह महाराज जी बख्शिश करते हैं, जो उन्होंने भाई पिरथा जी, भाई खेड़ा जी नूं जो महाराज ने उपदेश बख्शिश किया है। सो अज सतगुरु महाराज जी गुरु ग्रंथ साहिब के रूप विच सानू उपदेश सुना रहे हैं। सानू भी गुरु का उपदेश सुन के मनना चाहिए है, तो जो बख्शिश भाई पिरथा जी, भाई खेड़ा जी पर हुई है तो साडे पर भी हो सकती है। साध संगत जी बचन सतगुरां दे ने, बोलदियां होइयां गलतियां भुल्लां चुक्कां हो जांदियां हन। गलतियां भुल्लां चुक्कां दी खिमा बख्शना जी, अगों वास्ते महाराज जी समत बख्शण जी। वाहिगुरू जी का खालसा, वाहिगुरू जी की फतेह।